ਸਤਿ ਸ੍ਰੀ ਅਕਾਲ ਸਿੱਖਿਆਰਥੀਓ, ਪੰਜਾਬੀ ਪੇਪਰ A ਦੀ ਇਸ ਖਾਸ ਮਾਸਟਰ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਸਮੀਖਿਆ ਸੈਸ਼ਨ ਵਿੱਚ ਆਪਾਂ ਪੰਜਾਬੀ ਸੱਭਿਆਚਾਰ ਵਿਚਲੀਆਂ ਜੀਵਨ ਚੱਕਰ ਦੀਆਂ ਰਸਮਾਂ ਦੀ ਬਹੁਤ ਹੀ ਬਾਰੀਕੀ ਨਾਲ ਚੀਰ-ਫਾੜ ਕਰਨ ਵਾਲੇ ਹਾਂ। ਮਕਸਦ ਬਿਲਕੁਲ ਸਾਫ਼ ਹੈ, ਪ੍ਰੀਖਿਆ ਵਿੱਚ ਆਉਣ ਵਾਲੇ ਹਰ ਇੱਕ ਪ੍ਰਸ਼ਨ ਦਾ ਸਟੀਕ ਉੱਤਰ ਕਿਵੇਂ ਲੱਭਣਾ ਹੈ। ਇਹ ਵਿਆਖਿਆ ਖਾਸ ਤੌਰ ਤੇ ਸਿਲੇਬਸ ਦੀ ਡੂੰਘਾਈ ਨੂੰ ਸਮਝਣ ਅਤੇ ਤੁਹਾਡੀ ਤਿਆਰੀ ਨੂੰ ਹੋਰ ਪੁਖਤਾ ਕਰਨ ਲਈ ਤਿਆਰ ਕੀਤੀ ਗਈ ਹੈ। ਤਾਂ ਫਿਰ ਆਓ ਸ਼ੁਰੂ ਕਰਦੇ ਹਾਂ। ਅੱਜ ਦੇ ਪਾਠਕ੍ਰਮ ਤੇ ਇੱਕ ਝਾਤੀ ਮਾਰ ਲੈਂਦੇ ਹਾਂ। ਆਪਾਂ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਾਂਗੇ, ਯਾਨੀ ਜੀਵਨ ਦੇ ਚੱਕਰ ਤੋਂ, ਫਿਰ ਜਨਮ ਦੀਆਂ ਰਸਮਾਂ, ਉਸ ਤੋਂ ਬਾਅਦ ਵਿਆਹ ਦੇ ਅਹਿਮ ਰੀਤੀ ਰਿਵਾਜ ਅਤੇ ਅਖੀਰ ਵਿੱਚ ਅੰਤਿਮ ਸੰਸਕਾਰ ਦੀਆਂ ਰਸਮਾਂ ਬਾਰੇ ਪੜਾਂਗੇ। ਤੇ ਹਾਂ, ਅਖੀਰ ਵਿੱਚ ਪ੍ਰੀਖਿਆ ਦੇ ਉਹਨਾਂ ਉਲਝਾਉਣ ਵਾਲੇ ਬਹੁ-ਵਿਕਲਪੀ ਪ੍ਰਸ਼ਨਾਂ ਯਾਨੀ MCQs ਨੂੰ ਹੱਲ ਕਰਨ ਦੀਆਂ ਕੁਝ ਖਾਸ ਰਣਨੀਤੀਆਂ ਵੀ ਸਾਂਝੀਆਂ ਕਰਾਂਗੇ, ਜੋ ਬਹੁਤ ਕੰਮ ਆਉਣ ਵਾਲੀਆਂ ਨੇ। ਭਾਗ ਪਹਿਲਾ, ਪ੍ਰੀਖਿਆ ਦੀ ਤਿਆਰੀ ਵਜੋਂ ਜੀਵਨ ਦਾ ਚੱਕਰ। ਸਭ ਤੋਂ ਪਹਿਲਾਂ ਉਸ ਬੁਨਿਆਦੀ ਢਾਂਚੇ ਨੂੰ ਸਮਝਦੇ ਹਾਂ ਜੋ ਅੱਜ ਦੇ ਪੂਰੇ ਸੈਸ਼ਨ ਦੀ ਨੀਂਹ ਰੱਖੇਗਾ। ਜੇ ਆਪਾਂ ਸਿਲੇਬਸ ਦੇ ਇਸ ਢਾਂਚੇ ਵੱਲ ਧਿਆਨ ਦਈਏ ਤਾਂ ਇੱਕ ਬਹੁਤ ਹੀ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ। ਜਨਮ, ਵਿਆਹ ਅਤੇ ਮੌਤ। ਇਹ ਸਿਰਫ ਵੱਖੋ-ਵੱਖਰੀਆਂ ਘਟਨਾਵਾਂ ਨਹੀਂ ਹਨ, ਬਿਲਕੁਲ ਨਹੀਂ। ਅਸਲ ਵਿੱਚ ਇਹ ਮਨੁੱਖੀ ਜੀਵਨ ਨੂੰ ਸਮਾਜਿਕ ਅਤੇ ਭਾਵਨਾਤਮਕ ਸਹਾਰਾ ਦੇਣ ਵਾਲੇ ਆਪਸ ਵਿੱਚ ਜੁੜੇ ਹੋਏ ਅਹਿਮ ਪੜਾਅ ਨੇ। ਪ੍ਰੀਖਿਆ ਦੌਰਾਨ ਇਸ ਮੂਲ ਧਾਰਨਾ ਨੂੰ ਦਿਮਾਗ ਵਿੱਚ ਰੱਖਣਾ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ, ਕਿਉਂਕਿ ਇਹ ਰਸਮਾਂ ਦੇ ਪਿੱਛੇ ਛੁਪੇ ਕਾਰਨ ਨੂੰ ਸਪਸ਼ਟ ਕਰਦਾ ਹੈ। ਚਲੋ ਫਿਰ ਬਿਨਾਂ ਕਿਸੇ ਦੇਰੀ ਤੋਂ ਆਪਣੇ ਪਹਿਲੇ ਅਹਿਮ ਵਿਸ਼ੇ ਵੱਲ ਵਧਦੇ ਹਾਂ। ਪਹਿਲਾ ਪੜਾਅ ਯਾਨੀ ਜਨਮ ਦੀਆਂ ਰਸਮਾਂ, ਨਵੀਂ ਜ਼ਿੰਦਗੀ ਦਾ ਸਵਾਗਤ ਅਤੇ ਮਾਂ-ਬੱਚੇ ਦੀ ਸੁਰੱਖਿਆ। ਇੱਥੇ ਮਾਂ ਅਤੇ ਬੱਚੇ ਦੇ ਸਫ਼ਰ ਦੀ ਪੂਰੀ ਲੜੀ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਦਰਸਾਇਆ ਗਿਆ ਹੈ। ਪ੍ਰੀਖਿਆ ਲਈ ਇਹ ਸਮਾਂ ਸਾਰਣੀ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਤੀਜੇ ਮਹੀਨੇ ਪਰਜਾਈ ਵੱਲੋਂ ਅੱਖ ਸਲਾਈ ਦੀ ਰਸਮ, 5ਵੇਂ ਦਿਨ ਪਹਿਲਾ ਇਸ਼ਨਾਨ ਯਾਨੀ 5ਵੀਂ ਨਹਾਉਣ, 6ਵੇਂ ਦਿਨ ਛਟੀ ਮਨਾਉਣਾ ਜਿੱਥੇ ਸਿਰਹਾਣੇ ਦੀਵਾ ਜਗਾ ਕੇ ਚੰਗੇ ਭਾਗਾਂ ਦੀ ਕਾਮਨਾ ਕੀਤੀ ਜਾਂਦੀ ਹੈ, ਅਤੇ ਫਿਰ 13ਵੇਂ ਦਿਨ ਬਾਰ ਵਧਾਉਣ ਦੀ ਰਸਮ। ਪੇਪਰ ਵਿੱਚ ਇਹ ਕ੍ਰਮ ਬਹੁਤ ਵਾਰ ਪੁੱਛਿਆ ਜਾਂਦਾ ਹੈ, ਸੋ ਇਸ ਨੂੰ ਚੰਗੀ ਤਰ੍ਹਾਂ ਪੱਲੇ ਬੰਨ੍ਹ ਲਿਆ ਜਾਵੇ। ਆਓ ਹੁਣ ਜੋ ਪੜ੍ਹਿਆ ਹੈ ਉਸ ਨੂੰ ਇੱਕ ਅਸਲੀ ਪ੍ਰੀਖਿਆ ਪ੍ਰਸ਼ਨ ਨਾਲ ਪਰਖਦੇ ਹਾਂ। ਜ਼ਰਾ ਰੁਕੀਏ ਅਤੇ ਸੋਚੀਏ ਕਿ ਮਾਂ ਅਤੇ ਬੱਚਾ ਪਹਿਲੀ ਵਾਰ ਕਮਰੇ ਤੋਂ ਬਾਹਰ ਕਿਸ ਦਿਨ ਆਉਂਦੇ ਹਨ, ਯਾਨੀ ਬਾਹਰ ਵਧਾਉਣ ਦੀ ਰਸਮ ਜਣੇਪੇ ਤੋਂ ਠੀਕ ਕਿੰਨੇ ਦਿਨ ਬਾਅਦ ਅਦਾ ਕੀਤੀ ਜਾਂਦੀ ਹੈ। ਜੇਕਰ ਜਵਾਬ 13ਵਾਂ ਦਿਨ ਸੋਚਿਆ ਸੀ ਤਾਂ ਬਿਲਕੁਲ ਸਹੀ। ਹੁਣ ਕੁਝ ਥਾਵਾਂ ਤੇ ਸ਼ਾਇਦ 11ਵਾਂ ਜਾਂ 21ਵਾਂ ਦਿਨ ਵੀ ਸੁਣਨ ਨੂੰ ਮਿਲੇ, ਪਰ ਅਕਾਦਮਿਕ ਨਜ਼ਰੀਏ ਤੋਂ ਅਤੇ ਸਾਡੇ ਪ੍ਰਮਾਣਿਤ ਸਰੋਤਾਂ ਦੇ ਅਨੁਸਾਰ 13ਵਾਂ ਦਿਨ ਹੀ ਸਭ ਤੋਂ ਸਹੀ ਅਤੇ ਪ੍ਰਮਾਣਿਤ ਸਮਾਂ ਮੰਨਿਆ ਜਾਂਦਾ ਹੈ। ਪ੍ਰੀਖਿਆ ਵਿੱਚ ਆਪਾਂ ਇਹੀ ਨਿਸ਼ਾਨ ਲਗਾਉਣਾ ਹੈ। ਹੁਣ ਬਹੁ-ਵਿਕਲਪੀ ਪ੍ਰਸ਼ਨਾਂ 12 ਅਤੇ 18 ਲਈ ਇੱਕ ਬਹੁਤ ਹੀ ਖਾਸ ਨੁਕਤਾ ਧਿਆਨ ਵਿੱਚ ਰੱਖਣਾ ਹੈ। ਕਿਹੜਾ ਪਰਿਵਾਰਕ ਪੱਖ ਕੀ ਯੋਗਦਾਨ ਪਾਉਂਦਾ ਹੈ? ਇਸ ਵਿੱਚ ਅਕਸਰ ਉਲਝਣ ਹੋ ਜਾਂਦੀ ਹੈ। ਦੇਖੋ, ਸ਼ੂਸ਼ਕ ਹਮੇਸ਼ਾ ਨਾਨਕਿਆਂ ਵੱਲੋਂ ਦਿੱਤਾ ਜਾਂਦਾ ਹੈ, ਜਿਸ ਵਿੱਚ ਬੱਚੇ ਅਤੇ ਮਾਂ ਲਈ ਕੱਪੜੇ, ਖਿਡੌਣੇ ਅਤੇ ਗਹਿਣੇ ਸ਼ਾਮਿਲ ਹੁੰਦੇ ਨੇ। ਦੂਜੇ ਪਾਸੇ ਹੈ ਦਾਬੜਾ, ਜਿਸ ਵਿੱਚ ਤਾਕਤ ਲਈ ਦੇਸੀ ਘਿਓ ਵਾਲੀ ਪੰਜੀਰੀ ਪਿੱਤਲ ਦੇ ਥਾਲ ਵਿੱਚ ਆਉਂਦੀ ਹੈ ਅਤੇ ਇਹ ਦਾਦਕਿਆਂ ਵੱਲੋਂ ਹੁੰਦਾ ਹੈ। ਇਹ ਫਰਕ ਬਿਲਕੁਲ ਸਪਸ਼ਟ ਹੋਣਾ ਚਾਹੀਦਾ ਹੈ। ਪ੍ਰਸ਼ਨ ਨੰਬਰ 5 ਦੇ ਸੰਦਰਭ ਵਿੱਚ ਇੱਕ ਪਰਿਭਾਸ਼ਾ ਨੂੰ ਜ਼ਰੂਰ ਯਾਦ ਰੱਖਣਾ ਪਵੇਗਾ। ਬਾਂਦਰਵਾਲ ਅਸਲ ਵਿੱਚ ਇੱਕ ਤਰ੍ਹਾਂ ਦਾ ਜਨਤਕ ਐਲਾਨ ਹੈ। ਮੁੱਖ ਦਰਵਾਜ਼ੇ ਤੇ ਸ਼ਰੀਂ ਜਾਂ ਅੰਬ ਦੇ ਪੱਤਿਆਂ ਦੀ ਲੜੀ ਲਟਕਾ ਦਿੱਤੀ ਜਾਂਦੀ ਹੈ, ਜੋ ਇਤਿਹਾਸਿਕ ਤੌਰ ਤੇ ਮੁੰਡੇ ਦੇ ਜਨਮ ਦੀ ਖੁਸ਼ੀ ਨੂੰ ਦਰਸਾਉਂਦੀ ਹੈ। ਮਤਲਬ ਕਿ ਇਹ ਸਿਰਫ ਪੱਤੇ ਨਹੀਂ ਨੇ, ਇਹ ਪੂਰੇ ਪਿੰਡ ਨਾਲ ਆਪਣੀ ਖੁਸ਼ੀ ਸਾਂਝੀ ਕਰਨ ਦਾ ਇੱਕ ਬਹੁਤ ਹੀ ਪਿਆਰਾ ਸੱਭਿਆਚਾਰਕ ਚਿੰਨ੍ਹ ਹੈ। ਭਾਗ ਤੀਜਾ, ਦੂਜਾ ਪੜਾਅ ਯਾਨੀ ਵਿਆਹ ਦੀਆਂ ਰਸਮਾਂ। ਚਲੋ ਹੁਣ ਆਪਾਂ ਜੀਵਨ ਦੇ ਸਭ ਤੋਂ ਗੁੰਝਲਦਾਰ ਅਤੇ ਪ੍ਰੀਖਿਆ ਦੇ ਸਭ ਤੋਂ ਅਹਿਮ ਹਿੱਸੇ ਵੱਲ ਚੱਲਦੇ ਹਾਂ, ਦੋ ਪਰਿਵਾਰਾਂ ਦਾ ਮਿਲਣ। ਇਸ ਭਾਗ ਵਿੱਚੋਂ ਸੁਹਾਗ ਅਤੇ ਕੁੜੀਆਂ ਵਿਚਲਾ ਅੰਤਰ ਸਮਝਣਾ ਲਾਜ਼ਮੀ ਹੈ। ਸਿੱਧੀ ਜਿਹੀ ਗੱਲ ਹੈ, ਸੁਹਾਗ ਹਮੇਸ਼ਾ ਕੁੜੀ ਦੇ ਘਰ ਗਾਏ ਜਾਂਦੇ ਨੇ। ਇਨ੍ਹਾਂ ਦਾ ਵਿਸ਼ਾ ਬਾਬਲ ਦਾ ਪਿਆਰ ਅਤੇ ਧੀ ਦੀ ਵਿਦਾਇਗੀ ਦਾ ਮਿੱਠਾ ਦਰਦ ਹੁੰਦਾ ਹੈ। ਪਰ ਦੂਜੇ ਪਾਸੇ ਜਦੋਂ ਕੁੜੀਆਂ ਦੀ ਗੱਲ ਆਉਂਦੀ ਹੈ ਤਾਂ ਉਹ ਮੁੰਡੇ ਦੇ ਘਰ ਗਾਈਆਂ ਜਾਂਦੀਆਂ ਨੇ। ਉਨ੍ਹਾਂ ਵਿੱਚ ਲਾੜੇ ਦੀ ਸੁੰਦਰਤਾ ਅਤੇ ਜਣ ਚੜ੍ਹਨ ਦੀ ਖੁਸ਼ੀ ਤੇ ਉਤਸ਼ਾਹ ਛਲਕਦਾ ਹੈ। ਇੱਥੇ ਇੱਕ ਬਹੁਤ ਹੀ ਚੁਣੌਤੀਪੂਰਨ ਪ੍ਰਸ਼ਨ ਆਉਂਦਾ ਹੈ, ਜੋ ਅਕਸਰ ਵਧੀਆ ਤੋਂ ਵਧੀਆ ਵਿਦਿਆਰਥੀਆਂ ਨੂੰ ਵੀ ਉਲਝਾ ਦਿੰਦਾ ਹੈ। ਨਵੀਂ ਆਈ ਦੁਲਹਨ ਨੂੰ ਆਪਣੇ ਅਤੇ ਬਰਾਬਰੀ ਦਾ ਦਰਜਾ ਦੇਣ ਲਈ ਕਿਹੜੀ ਰਸਮ ਅਦਾ ਕੀਤੀ ਜਾਂਦੀ ਹੈ? ਆਓ ਇਸ ਨੂੰ ਹੱਲ ਕਰਨ ਦੀ ਤਕਨੀਕ ਦੇਖੀਏ। ਜਦੋਂ ਅਜਿਹਾ ਕੋਈ ਪ੍ਰਸ਼ਨ ਆਵੇ ਤਾਂ ਹਮੇਸ਼ਾ ਗਲਤ ਜਵਾਬਾਂ ਨੂੰ ਬਾਹਰ ਕੱਢਣ ਦਾ ਨਿਯਮ ਵਰਤੋ। ਜਿਵੇਂ ਕਿ ਪਾਣੀ ਵਾਰਨਾ ਤਾਂ ਮਾਂ ਕਰਦੀ ਹੈ ਆਪਣੇ ਪੁੱਤਰ ਤੋਂ ਬਲਾਵਾਂ ਦੂਰ ਕਰਨ ਲਈ, ਠੀਕ ਹੈ?
ਜੰਡੀ ਕੱਟਣਾ ਇਹ ਲਾੜੇ ਵੱਲੋਂ ਆਪਣੀ ਬਹਾਦਰੀ ਦਿਖਾਉਣ ਦੀ ਰਸਮ ਹੈ ਔਰ ਛੁਹਾਰਾ ਲਾਉਣਾ ਤਾਂ ਬਿਲਕੁਲ ਸ਼ੁਰੂਆਤੀ ਰਸਮ ਹੈ, ਮੰਗਣੀ ਸਮੇਂ ਲਾੜੇ ਦੀ ਚੋਲੀ ਵਿੱਚ ਛੁਹਾਰਾ ਪਾਉਣ ਦੀ। ਤਾਂ ਫਿਰ ਆਪਣੇ ਕੋਲ ਕੀ ਬਚਿਆ? ਬਿਲਕੁਲ ਸਹੀ, ਗੋਤ ਕਨਾਲਾ। ਇਹੀ ਸਹੀ ਉੱਤਰ ਹੈ। ਇਸ ਰਸਮ ਵਿੱਚ ਦੁਲਹਨ ਨੂੰ ਸੱਸ ਅਤੇ ਨਣਦਾਂ ਦੇ ਨਾਲ ਇੱਕੋ ਵੱਡੇ ਥਾਲ, ਜਿਸ ਨੂੰ ਕਨਾਲਾ ਕਹਿੰਦੇ ਨੇ, ਉਸ ਵਿੱਚ ਮਿੱਠੇ ਚਾਵਲ ਖਵਾਏ ਜਾਂਦੇ ਹਨ। ਕਮਾਲ ਦੀ ਗੱਲ ਹੈ ਨਾ ਕਿ ਇਹ ਰਸਮ ਇਸ ਗੱਲ ਦਾ ਪ੍ਰਮਾਣ ਹੈ ਕਿ ਦੁਲਹਨ ਨੇ ਹੁਣ ਅਧਿਕਾਰਿਕ ਤੌਰ ਤੇ ਆਪਣਾ ਗੋਤ ਬਦਲ ਲਿਆ ਹੈ ਅਤੇ ਉਹ ਨਵੇਂ ਘਰ ਦੀ ਬਰਾਬਰ ਦੀ ਮੈਂਬਰ ਬਣ ਗਈ ਹੈ। ਪ੍ਰਸ਼ਨ ਨੰਬਰ 3 ਨੂੰ ਹੱਲ ਕਰਨ ਲਈ ਕਰੇਵਾ ਜਾਂ ਚਾਦਰ ਪਾਉਣੀ ਦੀ ਪਰਿਭਾਸ਼ਾ ਨੂੰ ਬਹੁਤ ਗੌਰ ਨਾਲ ਸਮਝਣਾ ਪਵੇਗਾ। ਇਹ ਵਿਧਵਾ ਦੇ ਪੁਨਰ ਵਿਆਹ ਦੀ ਰਸਮ ਹੈ ਜੋ ਇਤਿਹਾਸਕ ਤੌਰ ਤੇ ਦਿਓਰ ਜਾਂ ਜੇਠ ਨਾਲ ਕੀਤੀ ਜਾਂਦੀ ਸੀ। ਇਹ ਸਿਰਫ ਇੱਕ ਰਸਮ ਨਹੀਂ, ਸਗੋਂ ਇਸ ਗੱਲ ਦੀ ਇੱਕ ਬਿਹਤਰੀਨ ਉਦਾਹਰਣ ਹੈ ਕਿ ਕਿਵੇਂ ਇਹ ਪੁਰਾਣੀਆਂ ਰੀਤਾਂ ਮੁਸ਼ਕਲ ਸਮਿਆਂ ਵਿੱਚ ਔਰਤਾਂ ਨੂੰ ਇੱਕ ਬਹੁਤ ਹੀ ਮਜ਼ਬੂਤ ਸਮਾਜਿਕ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀਆਂ ਸਨ, ਇੱਕ ਤਰ੍ਹਾਂ ਦਾ ਸੋਸ਼ਲ ਸੇਫਟੀ ਨੈਟ। ਭਾਗ ਚੌਥਾ, ਤੀਜਾ ਪੜਾਅ, ਅੰਤਿਮ ਸੰਸਕਾਰ ਦੀਆਂ ਰਸਮਾਂ। ਸਾਡੀ ਇਹ ਮਾਸਟਰ ਕਲਾਸ ਹੁਣ ਪੂਰੇ ਸਤਿਕਾਰ ਨਾਲ ਜੀਵਨ ਦੇ ਅੰਤਿਮ ਪੜਾਅ ਵੱਲ ਵਧਦੀ ਹੈ, ਜਿੱਥੇ ਵਿਦਾਇਗੀ ਨਾਲ ਜੁੜੀ ਖਾਸ ਸ਼ਬਦਾਵਲੀ ਦਾ ਅਧਿਐਨ ਕਰਨਾ ਲਾਜ਼ਮੀ ਹੈ। ਇੱਥੇ ਜਿਹੜੇ 3 ਲੜੀਵਾਰ ਕਦਮ ਦੱਸੇ ਗਏ ਨੇ, ਉਹ ਸੰਸਾਰਿਕ ਮੋਹ ਮਾਇਆ ਅਤੇ ਸਰੀਰਕ ਰਿਸ਼ਤਿਆਂ ਦੇ ਪੂਰੀ ਤਰ੍ਹਾਂ ਟੁੱਟ ਜਾਣ ਦਾ ਪ੍ਰਤੀਕ ਨੇ। ਪਹਿਲਾ ਹੈ ਸਿਰਨੌੜਾ, ਜਿਸ ਵਿੱਚ ਵਿਧਵਾ ਵੱਲੋਂ ਸੰਸਕਾਰ ਤੋਂ ਪਹਿਲਾਂ ਚੂੜੀਆਂ ਤੋੜੀਆਂ ਜਾਂਦੀਆਂ ਨੇ। ਦੂਜਾ ਹੈ ਕਪਾਲ ਕਿਰਿਆ, ਯਾਨੀ ਸੰਸਕਾਰ ਸਮੇਂ ਖੋਪੜੀ ਭੰਨਣਾ। ਅਤੇ ਤੀਜਾ ਹੈ ਫੁੱਲ ਚੁਗਣ, ਜਿੱਥੇ ਤੀਜੇ ਦਿਨ ਅਸਥੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਨੇ। ਇਹ ਸਾਰੇ ਕਦਮ ਆਤਮਾ ਦੀ ਅਗਲੀ ਯਾਤਰਾ ਦੀ ਤਿਆਰੀ ਵਜੋਂ ਦੇਖੇ ਜਾਂਦੇ ਨੇ। ਹੁਣ ਪ੍ਰਸ਼ਨ 20 ਦੇ ਸੰਦਰਭ ਵਿੱਚ ਖਾਸ ਸ਼ਬਦ ਆਉਂਦਾ ਹੈ ਗਦੌੜਾ। ਇਹ ਬਾਕੀ ਸੋਗਮਈ ਰਸਮਾਂ ਤੋਂ ਬਿਲਕੁਲ ਵੱਖਰਾ ਹੈ। ਜਦੋਂ ਕਿਸੇ ਅਜਿਹੇ ਬਜ਼ੁਰਗ ਦੀ ਮੌਤ ਹੁੰਦੀ ਹੈ ਜਿਸ ਦੇ ਪੋਤੇ ਦੋਹਤੇ ਹੋਣ, ਤਾਂ ਮਠਿਆਈ ਵੰਡੀ ਜਾਂਦੀ ਹੈ, ਜਿਸ ਨੂੰ ਗਦੌੜਾ ਫਿਰਨਾ ਕਹਿੰਦੇ ਨੇ। ਇੱਕ ਅਜਿਹੀ ਵਿਲੱਖਣ ਰਸਮ ਹੈ ਜੋ ਇੱਕ ਬਜ਼ੁਰਗ ਦੇ ਪੂਰੇ ਤਰ੍ਹਾਂ ਭੋਗੇ ਹੋਏ ਲੰਮੇ ਜੀਵਨ ਨੂੰ ਲਗਭਗ ਇੱਕ ਜਸ਼ਨ ਜਾਂ ਬੁੜੇ ਦੇ ਵਿਆਹ ਵਜੋਂ ਮਨਾਉਂਦੀ ਹੈ ਨਾ ਡੂੰਗੀ ਗੱਲ। ਭਾਗ ਪੰਜਵਾਂ, ਬਹੁਵਿਕਲਪੀ ਪ੍ਰਸ਼ਨਾਂ ਯਾਨੀ MCQs ਲਈ ਸੁਝਾਓ। ਸੈਸ਼ਨ ਨੂੰ ਸਮੇਟਣ ਤੋਂ ਪਹਿਲਾਂ ਆਪਾਂ ਪੇਪਰ ਵਿੱਚ ਇਨ੍ਹਾਂ ਸਵਾਲਾਂ ਨੂੰ ਹੱਲ ਕਰਨ ਦੀਆਂ ਕੁਝ ਅਕਾਦਮਿਕ ਰਣਨੀਤੀਆਂ ਬਾਰੇ ਗੱਲ ਕਰਦੇ ਹਾਂ, ਜੋ ਪਰੀਖਿਆ ਵਿੱਚ ਬਹੁਤ ਮਦਦਗਾਰ ਸਾਬਿਤ ਹੋਣਗੀਆਂ। ਜਦੋਂ ਵੀ ਪੇਪਰ ਵਿੱਚ ਕੋਈ ਮੁਸ਼ਕਲ ਸੱਭਿਆਚਾਰਕ ਪ੍ਰਸ਼ਨ ਸਾਹਮਣੇ ਆਵੇ ਤਾਂ ਘਬਰਾਉਣਾ ਨਹੀਂ, ਬਸ 2 ਗੱਲਾਂ ਆਪਣੇ ਆਪ ਨੂੰ ਪੁੱਛਣੀਆਂ ਨੇ। ਪਹਿਲਾਂ ਇਹ ਕਿ ਉਹ ਰਸਮ ਕੌਣ ਕਰ ਰਿਹਾ ਹੈ, ਨਾਨਕੇ ਜਾਂ ਦਾਦਕੇ, ਮੁੰਡੇ ਵਾਲੇ ਜਾਂ ਕੁੜੀ ਵਾਲੇ। ਫਿਰ ਪੁੱਛੋ ਕਿਉਂ, ਕੀ ਇਹ ਖੁਸ਼ੀ ਦਾ ਪ੍ਰਤੀਕ ਹੈ ਜਿਵੇਂ ਬਾਂਦਰਵਾਲ, ਜਾਂ ਸੁਰੱਖਿਆ ਲਈ ਹੈ ਜਿਵੇਂ ਕਰੇਵਾ, ਜਾਂ ਬਰਾਬਰੀ ਲਈ ਜਿਵੇਂ ਗੋਤ ਕਨਾਲਾ। ਜਦੋਂ ਆਪਾਂ ਗਲਤ ਵਿਕਲਪਾਂ ਨੂੰ ਬਾਹਰ ਕੱਢਦੇ ਜਾਵਾਂਗੇ ਤਾਂ ਇਹ ਤਰਕਪੂਰਨ ਪਹੁੰਚ ਸਿੱਧਾ ਸਹੀ ਉੱਤਰ ਤੱਕ ਲੈ ਜਾਵੇਗੀ। ਅੱਜ ਦੀ ਇਸ ਮਾਸਟਰ ਕਲਾਸ ਤੋਂ ਆਪਾਂ ਇਹੀ ਸਿੱਖਣਾ ਹੈ ਕਿ ਇਨ੍ਹਾਂ ਪ੍ਰਸ਼ਨਾਂ ਵਿੱਚ ਮਹਾਰਤ ਹਾਸਲ ਕਰਨ ਦਾ ਮਤਲਬ ਸਿਰਫ ਤੱਥਾਂ ਨੂੰ ਰੱਟਾ ਲਗਾਉਣਾ ਨਹੀਂ ਹੈ, ਬਲਕਿ ਪੰਜਾਬੀ ਸੱਭਿਆਚਾਰ ਦੇ ਇਸ ਡੂੰਘੇ ਭਾਵਨਾਤਮਕ ਤਾਣੇ-ਬਾਣੇ ਨੂੰ ਮਹਿਸੂਸ ਕਰਨਾ ਹੈ। ਇਹ ਰਸਮਾਂ ਸਿਰਫ ਰੀਤਾਂ ਨਹੀਂ, ਇਹ ਸਾਨੂੰ ਸਮਾਜਿਕ ਅਤੇ ਮਨੋਵਿਗਿਆਨਿਕ ਸਹਾਰਾ ਦੇਣ ਦਾ ਇੱਕ ਖੂਬਸੂਰਤ ਢਾਂਚਾ ਨੇ। ਪਰ ਅੰਤ ਵਿੱਚ ਸੋਚਣ ਵਾਲੀ ਇੱਕ ਵੱਡੀ ਗੱਲ ਇਹ ਹੈ ਕਿ ਕੀ ਆਧੁਨਿਕਤਾ ਦੀ ਇਸ ਅੰਨੀ ਦੌੜ ਵਿੱਚ ਇਹ ਪੁਰਾਤਨ ਰਸਮਾਂ ਆਪਣਾ ਅਸਲੀ ਤੇ ਮੂਲ ਰੂਪ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾ ਸਕਣਗੀਆਂ? ਖੈਰ, ਇਸ ਤੇ ਵਿਚਾਰ ਜ਼ਰੂਰ ਕਰਿਓ। ਤੁਹਾਡੀ ਆਉਣ ਵਾਲੀ ਪ੍ਰੀਖਿਆ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।